ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਇੰਟਰਨੈਸ਼ਨਲ ਅਪਡੇਟ। ਔਰ ਅੱਜ ਦੀ ਅਮਰੀਕਾ ਦੀ ਇੱਕ ਲੇਟੈਸਟ ਅਪਡੇਟ ਸਾਹਮਣੇ ਆ ਚੁੱਕੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਵੱਡੀ ਤੇ ਇੰਪੋਰਟੈਂਟ ਵੀ ਹੈ। ਉਹ ਹੈ ਜੀ ਸ਼ਟਡਾਊਨ। ਅਮਰੀਕਾ ਦੇ ਵਿੱਚ ਸ਼ਟਡਾਊਨ ਵਾਲੇ ਹਾਲਾਤ ਪੈਦਾ ਹੋ ਚੁੱਕੇ ਨੇ। ਜੀ ਹਾਂ, ਅਤੇ ਇਸ ਸ਼ਟਡਾਊਨ ਦੇ ਨਾਲ ਬਹੁਤ ਕੁਝ ਪ੍ਰਭਾਵਿਤ ਵੀ ਹੋ ਰਿਹਾ ਹੈ। ਹੁਣ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੋਏਗਾ ਕਿ ਆਖਰ ਸ਼ਟਡਾਊਨ ਹੁੰਦਾ ਕੀ ਹੈ ਤੇ ਇਸ ਨਾਲ ਕੀ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਨੇ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਟਡਾਊਨ ਬਾਰੇ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਵਿੱਚ ਸ਼ਟਡਾਊਨ ਕਿਉਂ ਲੱਗਿਆ ਹੈ ਤੇ ਕੀ ਕੁਝ ਇਸ ਨਾਲ ਪ੍ਰਭਾਵਿਤ ਹੋਏਗਾ ਤੇ ਕਿਹੜੇ-ਕਿਹੜੇ ਸੈਕਟਰ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੇ। ਫਿਲਹਾਲ ਤਾਂ ਦੱਸਵਾਂ ਕਿ ਅਮਰੀਕਾ ਦੇ ਵਿੱਚ ਇਸ ਸਮੇਂ ਸ਼ਟਡਾਊਨ ਦੇ ਜੋ ਹਾਲਾਤ ਬਣ ਚੁੱਕੇ ਨੇ, ਕਈ ਲੋਕ ਇਹ ਸਮਝ ਰਹੇ ਨੇ ਕਿ ਸ਼ਾਇਦ ਸ਼ਟਡਾਊਨ ਕਰਕੇ ਅਮਰੀਕਾ ਦੀ ਅਰਥ ਵਿਵਸਥਾ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਕਮਜ਼ੋਰ ਪੈ ਚੁੱਕੀ ਹੈ। ਫਿਲਹਾਲ ਇਹ ਗੱਲ ਸਹੀ ਹੈ ਕਿ ਸ਼ਟਡਾਊਨ ਦੇ ਨਾਲ ਅਰਥ ਵਿਵਸਥਾ ਦਾ ਲਿੰਕ ਹੈ, ਪਰ ऐसा बिल्कुल भी नहीं है कि अमेरिका का खजाना पूरे तरीके नाल खाली हो गया होवे, क्योंकि अमेरिका दुनिया की सब तो बड़ी अर्थव्यवस्था है और इस विच ये बिल्कुल भी शंका नहीं है कि ਉਹ ਆਪਣੀ ਅਰਥਵਿਵਸਥਾ ਨੂੰ ਇੰਨਾ ਜ਼ਿਆਦਾ ਕਮਜ਼ੋਰ ਕਰ ਲੈਣ ਜਾਂ ਫਿਰ ਉਹਨਾਂ ਦੀ ਅਰਥਵਿਵਸਥਾ ਇੰਨੀ ਜ਼ਿਆਦਾ ਡਿੱਗ ਜਾਏ ਕਿ ਉਹਨਾਂ ਦਾ ਖਜ਼ਾਨਾ ਹੀ ਖਾਲੀ ਹੋ ਜਾਏ। ਸੋ ਅਮਰੀਕਾ ਦੇ ਵਿੱਚ ਇਸ ਤਰੀਕੇ ਦਾ ਤਾਂ ਚਲੋ ਬਿਲਕੁਲ ਕੁਝ ਨਹੀਂ ਹੈ, ਪਰ ਹਾਂ ਕੁਝ ਫੰਡ ਜ਼ਰੂਰ ਰੁਕ ਗਏ ਨੇ ਜਿਸ ਕਰਕੇ ਕੁਝ ਕੰਮਕਾਜ ਰੁਕ ਸਕਦੇ ਨੇ, ਕਈ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਅਤੇ ਕਈ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਕਈਆਂ ਨੂੰ ਛੁੱਟੀਆਂ ਦੇ ਦਿੱਤੀਆਂ ਗਈਆਂ ਨੇ। ਐਸੇ ਬਹੁਤ ਸਾਰੇ ਚੇਂजेस ਦੇਖਣ ਨੂੰ ਮਿਲਦੇ ਨੇ। ਸੋ ਅਮਰੀਕਾ ਸਰਕਾਰ ਦੇ ਸ਼ਟਡਾਊਨ ਦੇ ਕਰਕੇ ਬਹੁਤ ਸਾਰੀ ਚੀਜ਼ਾਂ ਪ੍ਰਭਾਵਿਤ ਨੇ, ਇਸ ਵਿੱਚ ਇਮੀਗ੍ਰੇਸ਼ਨ ਵੀ ਪ੍ਰਭਾਵਿਤ ਹੋਇਆ ਹੈ। ਸੋ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਯਾਨੀ ਕਿ ਸੰਯੁਕਤ ਰਾਜ ਅਮਰੀਕਾ ਵੀ ਸ਼ਟਡਾਊਨ ਲਾਗੂ ਕਰ ਦਿੱਤਾ ਗਿਆ। 2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਸਰਕਾਰ ਬੰਦ ਹੋਈ ਹੈ ਅਤੇ ਇਸ ਨੂੰ ਅਮਰੀਕੀ ਇਤਿਹਾਸ ਵਿੱਚ 22ਵਾਂ ਸ਼ਟਡਾਊਨ ਮੰਨਿਆ ਜਾ ਰਿਹਾ ਹੈ। ਆਖਰੀ ਸ਼ਟਡਾਊਨ ਦੀ ਗੱਲ ਕਰਾਂ ਤੇ ਉਹ 22 ਦਸੰਬਰ 2018 ਨੂੰ ਸ਼ੁਰੂ ਹੋਇਆ ਸੀ ਅਤੇ 25 ਜਨਵਰੀ 2019 ਤੱਕ ਚੱਲਿਆ ਸੀ, ਜੋ ਕਿ 4 ਦਹਾਕਿਆਂ ਵਿੱਚ ਸਭ ਤੋਂ ਲੰਬਾ ਅਤੇ ਸਭ ਤੋਂ ਮਹੱਤਵਪੂਰਨ ਸ਼ਟਡਾਊਨ ਸੀ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਖਿਰ ਇਹ ਵਾਲਾ ਸ਼ਟਡਾਊਨ ਕਿੰਨਾ ਜ਼ਿਆਦਾ ਲੰਬਾ ਹੋਏਗਾ ਜਾਂ ਕਿੰਨੀ ਦੇਰ ਤੱਕ ਚੱਲੇਗਾ। ਫਿਲਹਾਲ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ। ਤਾਂ ਦੱਸਵਾਂ ਕਿ ਉਸ ਸਮੇਂ ਦੌਰਾਨ ਅਮਰੀਕੀ ਅਰਥਵਿਵਸਥਾ ਨੂੰ ਲਗਭਗ $3 ਬਿਲੀਅਨ ਦਾ ਨੁਕਸਾਨ ਹੋਇਆ ਸੀ। ਅਮਰੀਕੀ ਸੈਨੇਟ ਨੇ ਇਸ ਮੰਗਲਵਾਰ ਸ਼ਾਮ ਨੂੰ ਬਿਨਾਂ ਕਿਸੇ ਫੰਡਿੰਗ ਮਤੇ ਨੂੰ ਪਾਸ ਕੀਤੇ ਮੁਲਤਵੀ ਕਰ ਦਿੱਤਾ, ਜਿਸ ਨਾਲ ਸਰਕਾਰੀ ਸ਼ਟਡਾਊਨ ਲਗਭਗ ਪੱਕਾ ਹੋ ਚੁੱਕਿਆ ਹੈ। ਇਸ ਨਾਲ ਇਹ ਵੀ ਦੱਸ ਦਵਾਂ ਕਿ ਇਸ ਮਤੇ ਨੂੰ ਪਾਸ ਕਰਨ ਵਾਸਤੇ ਰਿਪਬਲਿਕਨ ਨੂੰ ਯਾਨੀ ਟਰੰਪ ਪ੍ਰਸ਼ਾਸਨ ਨੂੰ ਜਿਹੜੇ ਸੀ 70 ਵੋਟਾਂ ਚਾਹੀਦੀਆਂ ਸੀ, ਪਰ ਉਹਨਾਂ ਨੂੰ 55 ਵੋਟਾਂ ਹੀ ਮਿਲੀਆਂ। ਇਸ ਕਰਕੇ ਜਿਹੜਾ ਫੈਸਲਾ ਕਰਨਾ ਹੈ ਉਹ ਫੈਸਲਾ ਨਹੀਂ ਹੋ ਪਾਇਆ। ਇਹ ਅਸਫਲ ਰਹੀ ਮੀਟਿੰਗ। ਕਾਂਗਰਸ ਦੇ ਮੈਂਬਰਾਂ ਦੀ ਬੁੱਧਵਾਰ ਤੱਕ ਮੁੜ ਮੀਟਿੰਗ ਬੁਲਾਉਣ ਦੀ ਕੋਈ ਯੋਜਨਾ ਨਹੀਂ ਸੀ। ਇਸ ਤੋਂ ਇਲਾਵਾ ਸੰਘੀ ਕੰਮਕਾਜ ਨੂੰ ਚਾਲੂ ਰੱਖਣ ਲਈ ਅੱਧੀ ਰਾਤ ਦੀ ਸਮਾਂ ਸੀਮਾ ਵੀ ਲੰਘ ਗਈ। ਸਰਕਾਰੀ ਸ਼ਟਡਾਊਨ ਕਾਰਨ ਅਮਰੀਕਾ ਅਨਿਸ਼ਚਿਤਤਾ ਦੇ ਇੱਕ ਨਵੇਂ ਦੌਰ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਂਗਰਸ ਦੇ ਵੱਲੋਂ ਸਮਾਂ ਸੀਮਾ ਤੱਕ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਚਾਲੂ ਰੱਖਣ ਲਈ ਕਿਸੇ ਸਮਝੌਤੇ ਤੇ ਪਹੁੰਚਣ ਵਿੱਚ ਕੋਈ ਵੀ ਸਮਝੌਤਾ ਨਹੀਂ ਹੋਇਆ, ਯਾਨੀ ਇਹ ਅਸਫਲ ਰਹੇ। ਟਰੰਪ ਦੇ ਪਹਿਲੇ ਕਾਰਜਕਾਲ ਦੀ ਜੇ ਮੈਂ ਗੱਲ ਕਰਾਂ ਤੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ਨੇ ਹੁਣ ਤੱਕ ਦੇ ਸਭ ਤੋਂ ਲੰਬੇ 35 ਦਿਨਾਂ ਦੇ ਸ਼ਟਡਾਊਨ ਦਾ ਸਾਹਮਣਾ ਕੀਤਾ ਹੈ, ਜੋ ਕਿ ਅਮਰੀਕਾ ਮੈਕਸੀਕੋ ਸਰਹੱਦ ਤੇ ਕੰਧ ਲਈ ਫੰਡਿੰਗ ਦੀ ਉਹਨਾਂ ਦੀ ਮੰਗ ਤੋਂ ਸ਼ੁਰੂ ਹੋਇਆ ਸੀ ਕਿ ਜੋ ਸਰਹੱਦ ਹੈ ਉੱਥੇ ਕੰਧ ਬਣਾਈ ਜਾਣੀ ਚਾਹੀਦੀ ਹੈ। ਇਸ ਮੰਗ ਤੋਂ ਸ਼ੁਰੂ ਹੋਇਆ ਸੀ ਜਿਸ ਨੂੰ ਕਾਂਗਰਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਸਮੇਂ, ਯਾਨੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਤੇ 2013 ਦੇ ਵਿੱਚ ਬਰਾਕ ਓਬਾਮਾ ਦੇ ਰਾਸ਼ਟਰਪਤੀ ਕਾਰਜਕਾਲ ਦੇ ਦੌਰਾਨ ਰਿਪਬਲਿਕਨ ਪਾਰਟੀ ਨੇ ਕਿਫਾਇਤੀ ਦੇਖਭਾਲ ਐਕਟ, ਜਿਸ ਨੂੰ ਓਬਾਮਾ ਕੇਅਰ ਵੀ ਕਿਹਾ ਜਾਂਦਾ ਹੈ, ਉਸ ਨੂੰ ਰੱਦ ਕਰਨ ਅਤੇ ਬਦਲਣ ਦੀ ਮੰਗ ਕੀਤੀ, ਜਿਸ ਕਾਰਨ 16 ਦਿਨਾਂ ਦਾ ਸਰਕਾਰੀ ਕੰਮ ਜੋ ਸੀ ਬੰਦ ਹੋ ਗਿਆ। ਸੋ ਅਮਰੀਕੀ ਕਾਂਗਰਸ ਹਰ ਸਾਲ ਸਰਕਾਰੀ ਏਜੰਸੀਆਂ ਲਈ ਖਰਚ ਕਾਨੂੰਨ ਬਣਾਉਂਦੀ ਹੈ, ਪਰ ਇਸ ਵਾਰ ਇਹ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਤੋਂ ਪਹਿਲਾਂ ਪੂਰਾ ਨਹੀਂ ਹੋਇਆ। ਕਾਨੂੰਨ ਸਾਜ਼ ਇੱਕ ਅਸਥਾਈ ਖਰਚ ਬਿੱਲ ਪਾਸ ਕਰਨ ਵਿੱਚ ਅਸਫਲ ਰਹੇ, ਜਿਸ ਕਾਰਨ ਬਹੁਤ ਸਾਰੇ ਵਿਭਾਗ ਫੰਡਾਂ ਤੋਂ ਬਿਨਾਂ ਕੰਮ ਕਰਦੇ ਰਹੇ। ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਭਾਗਾਂ ਦੇ ਵਿੱਚ ਹੁਣ ਫੰਡ ਨਹੀਂ ਜਾ ਰਿਹਾ ਉਹਨਾਂ ਦੇ ਵਿੱਚ ਇੱਕ ਵੱਡਾ ਪ੍ਰਭਾਵ ਦੇਖਣ ਨੂੰ ਮਿਲੇਗਾ। ਸੋ ਸ਼ਟਡਾਊਨ ਦਾ ਅਸਰ ਕਿਸ ਉੱਤੇ ਹੋਣ ਵਾਲਾ ਹੈ ਇਹ ਵੀ ਤੁਹਾਨੂੰ ਦੱਸਵਾ। ਸ਼ਟਡਾਊਨ ਦੇ ਕਾਰਨ ਅਮਰੀਕੀ ਸਰਕਾਰ ਆਪਣੇ ਕਰਮਚਾਰੀਆਂ ਨੂੰ ਭੁਗਤਾਨ ਕਰਨ ਦੇ ਵਿੱਚ ਅਸਮਰਥ ਹੋਵੇਗੀ
ਅਤੇ ਬਹੁਤ ਸਾਰੇ ਸਰਕਾਰੀ ਖਰਚੇ ਰੁਕ ਜਾਣਗੇ। ਲਗਭਗ 20 ਲੱਖ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ ਤੇ ਰੱਖਿਆ ਜਾਵੇਗਾ ਅਤੇ ਬਹੁਤ ਸਾਰੇ ਸਰਕਾਰੀ ਅਦਾਰੇ ਅਸਥਾਈ ਤੌਰ ਤੇ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਵਾਈ ਅੱਡਿਆਂ ਤੇ ਆਵਾਜਾਈ ਵਧਣ ਦੀ ਉਮੀਦ ਹੈ, ਕਿਉਂਕਿ ਸਰਕਾਰ ਸਿਰਫ ਜ਼ਰੂਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀਆਂ ਨੂੰ ਕੰਮ ਕਰਨ ਦੀ ਆਗਿਆ ਦੇ ਰਹੀ ਹੈ। ਬਾਕੀਆਂ ਨੂੰ ਕੋਈ ਆਗਿਆ नहीं है, पर जो बहुत जरूरी है जिਵੇਂ हवाई अड्डे हो गए या होर कानूनी सरकारी काम जो है बहुत इंपॉर्टेंट है, वो चलता रहेगा, वो चालू रहेगा। पर जो ज़्यादा इंपॉर्टेंट भी नहीं है उन्हां दे विच काफ़ी ज़्यादा असर देखने को मिलेगा, जिससे कर्मचारियों नूं या तो बर्खास्त कर दिता जाएगा या तो एक लंबी छुट्टी ते बिना तनख्वाह भेज दिता जाएगा। इस तो इलावा सब तो वड्डा सवाल तो यह पैदा होंदा है कि इस उत्ते की इमीग्रेशन का प्रभाव पवेगा और जो इमीग्रेशन लिए अप्लाई करते यानी वीज़ा लिए अप्लाई कर रहे हैं उन्हां दे उत्ते भी रोक लग जाएगी कि उन्हां दे उत्ते इस नूं लैके उन्हां दा वीज़ा कैंसल हो सकता। ऐसे बहुत सारे सवाल जो पैदा हो रहे हैं। तो इस उत्ते इमीग्रेशन वकील का एक बयान सामने आया है जो ये कहते हैं कि शटडाउन खत्म होने तक H1B वीज़ा भी रुक जाएंगे। उसने यह भी कहा है कि H1B वीज़ा फाइलिंग के उत्ते उदों तक कार्रवाई नहीं की जाएगी ਜਦੋਂ तक कांग्रेस संघी फंडिंग वंड ते सहमत नहीं हो जाती। सो कांग्रेस की संघी फंडिंग वंड ते सहमत होना बहुत जरूरी है। अगर ये सहमति बनती है तो H1B वीज़ा जो है उसकी कार्रवाई शुरू हो जाएगी। अगर नहीं सहमति बनती तो यही H1B वीज़ा की जो कार्रवाई है, जो फाइलिंग है, उसकी कार्रवाई रुक जाएगी। पर कितने देर लिए रुकेगी इस बारे कुछ नहीं कहा जा सकता। इस अलावा वकील का यह भी कहना है कि किवें H1B वीज़ा प्रक्रिया ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੀ ਹੈ, ਜਿਸ ਵਿੱਚ ਕਿਰਤ ਵਿਭਾਗ यानी कि DOL ਦੇ ਕੋਲ LCA ਵਜੋਂ ਜਾਣੀ ਜਾਂਦੀ ਕਿਰਤ ਸਥਿਤੀ ਅਰਜ਼ੀ ਦਾਇਰ ਕਰਨ ਤੋਂ ਸ਼ੁਰੂ ਹੁੰਦਾ ਹੈ। ਇੱਕ ਵਾਰ LCA ਪ੍ਰਮਾਣਿਤ ਹੋ ਜਾਣ ਤੋਂ ਬਾਅਦ ਸੰਬੰਧਿਤ ਕੰਪਨੀ ਜੋ ਹੈ US ਸਿਟੀਜ਼ਨशिप ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਕੋਲ H1B ਪਟੀਸ਼ਨ ਦਾਇਰ ਕਰਨ ਲਈ ਅੱਗੇ ਵਧਦੀ ਹੈ। उसने यह भी स्पष्ट किया है कि USCIS फाइलिंग फीसा ते काम करता है, इसलिए बंद होने दे नाल इसके कार्य प्रभावित नहीं होंगे। हालांकि DOL नूं कांग्रेस फंडिंग की लोड़ है अते फंडिंग बिल पास होने तक इमीग्रेशन नाल संबंधित काम बंद कर देंगे। इसका मतलब यह भी है कि कोई भी नवा H1B वीज़ा प्राप्त नहीं कर सकता, मालका का तबादला भी नहीं कर सकता ਜਾਂ ਫਿਰ H1B ਵਿੱਚ ਸਥਿਤੀ ਬਦਲ ਨਹੀਂ ਸਕਦਾ ਜਦੋਂ ਤੱਕ ਕਿ ਉਹ ਅੱਜ ਤੋਂ ਪਹਿਲਾਂ ਹੀ LCA ਪ੍ਰਮਾਣਿਤ ਅਤੇ ਡਾਊਨਲੋਡ ਨਹੀਂ ਕਰ ਲੈਂਦਾ। ਇਸ ਤੋਂ ਇਲਾਵਾ ਜਿਸ ਕਿਸੇ ਕੋਲ ਵੀ ਪ੍ਰਮਾਣਿਤ LCA ਨਹੀਂ ਹੈ ਉਸ ਨੂੰ ਆਪਣੀਆਂ H1B ਪ੍ਰਕਿਰਿਆਵਾਂ ਨੂੰ ਜਾਰੀ ਰੱਖਣ ਲਈ ਸਰਕਾਰ ਦੇ ਦੁਬਾਰਾ ਖੋਲਣ ਦੀ ਉਡੀਕ ਕਰਨੀ ਪਵੇਗੀ। ਜਦੋਂ ਸਰਕਾਰ ਇਸ ਨੂੰ ਦੁਬਾਰਾ ਖੋਲੇਗੀ ਦੈਨ ਹੀ ਇਸ ਨੂੰ ਅਪਲਾਈ ਕੀਤਾ ਜਾਏਗਾ। सो H1B वीज़ा धारकां दे उत्ते तां पहला ही गाज डिगी हुई है फीस वाधू होने दे नाल, पर उत्तों दी हुण इस फंडिंग दे रुकण दे नाल हुण ये वीज़ा भी प्रभावित हो रहा है। H1B वीज़ा एक ऐसा प्रोग्राम है जो कि अमरीकी टैक्नोलॉजी खेतर द्वारा भारत अते चीन तो हुनरमंद कामियां नूं नियुक्त करन लई व्यापक तौर ते वरतिया जांदा है। ये आपां सब जानदे हां कि भारत की गिनती सब तो ज़्यादा अमेरिका विच दैन चीन दा नंबर आउंदा है और चीन ते भारत तो जिहड़े हुनरमंद कामे ने अमेरिका दे विच वड्डियां टैक्नोलॉजी कंपनियां विच काम करते हैं। इस करके H1B वीज़ा की जरूरत पैंदी है उन्हां कंपनियां नूं अपने इंपलॉइज़ दे लई। सो पिछले महीने ही ट्रंप के द्वारा बिनाकारा के उत्ते $1 लाख की सालाना फीस जिहड़ी है वो वधाएगी, जो कि मौजूदा $215 की दर तो एक वड्डा वाधा है। सो ये तो सब जानते हाँ कि पिछले महीने H1B वीज़ा की फीस में वाधे करके लोगों के विच एक चिंता पैदा हुई है और जो लोग H1B वीज़ा लिए अप्लाई करना चाहते सी उन्होंने भी सोचने वास्ते मजबूर होना पै रहा है, या फिर वो दूसरा विकल्प लभ रहे हैं या फिर किसी दूसरी कंट्री दे विच अपना राह देख रहे हैं। सो H1B वीज़ा फीस विच वाधे नाल डोनाल्ड ट्रंप के ऐलान दे नाल जिहड़ा है एक वड्डा असर जिहड़ा अर्थव्यवस्था ते अमेरिका दी भी पवेगा। पर इस समय डोनाल्ड ट्रंप का यह कहना है कि यह फैसला लेना इस करके भी जरूरी है क्योंकि अमेरिका दे विच जो अमेरिकनस जिहड़े हुनरमंद ने उन्हां दीयां नौकरियां जिहड़ियां विदेशियां दे वल्लों खोईयां जा रही ने ते इस नौकरियां नूं खोण तो बचाउण वास्ते यानी उन्हां दी नौकरियां नूं बचाउण वास्ते इस फीस विच वाधा करना जरूरी है ताकि अमेरिका दे विच हुनरमंद कामियां दी गिनती घटे,
ਸਿਰਫ ਉਹੀ ਹੁਨਰਮੰਦ ਹੁਣ ਜਾ ਸਕਦੇ ਨੇ ਜੋ ਇੰਨਾ ਜ਼ਿਆਦਾ ਅਦਾਇਗੀ ਕਰ ਸਕਦੇ ਨੇ। $1 ਲੱਖ ਜੋ ਫੀਸ ਹੈ, ਇਹ ਫਿਲਹਾਲ ਸਾਲਾਨਾ ਫੀਸ ਹੈ, ਉਹ ਵੀ ਇੱਕ ਟਾਈਮ ਦੀ। ਪਰ ਇਹ ਹੁਣ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਅਪਲਾਈ ਕਰਨਾ ਹੈ 21 ਸਤੰਬਰ ਤੋਂ ਬਾਅਦ, ਜਿਨ੍ਹਾਂ ਨੇ H1B ਵੀਜ਼ਾ ਲਈ ਅਪਲਾਈ ਕਰਨਾ ਹੈ ਜਾਂ ਫਿਰ ਜੋ ਸੋਚ ਰਹੇ ਇਸ ਬਾਰੇ ਅਪਲਾਈ ਕਰਨ ਵਾਸਤੇ, ਉਹਨਾਂ ਨੂੰ ਇੱਕ ਵਾਰ ਦੀ ਇਹ ਫੀਸ ਦੇਣੀ ਪਵੇਗੀ। ਉਸ ਤੋਂ ਬਾਅਦ ਇਹ ਸਾਲਾਨਾ ਫੀਸ ਤਾਂ ਨਹੀਂ ਹੈ। ਪਰ ਇਸ ਕਰਕੇ ਜਦੋਂ ਇਹ ਐਲਾਨ ਕੀਤਾ ਗਿਆ ਤਾਂ ਉਦੋਂ ਬਹੁਤ ਜ਼ਿਆਦਾ ਹੜਕੰਪ ਤੇ ਹਲਚਲ ਮਚੀ ਸੀ। ਫਿਲਹਾਲ ਇਹ ਪਿਛਲੀਆਂ ਗੱਲ ਹੈ, ਕਿਉਂਕਿ ਡੋਨਾਲਡ ਟਰੰਪ ਦੇ ਫੈਸਲੇ ਅਕਸਰ ਐਸੇ ਹੁੰਦੇ ਨੇ ਜੋ ਚਿੰਤਾ ਤਾਂ ਵਧਾਉਂਦੇ ਨੇ, ਨਾਲੇ ਡਰ ਵੀ ਪੈਦਾ ਕਰ ਦਿੰਦੇ ਨੇ। ਤੇ ਇਸ ਤੋਂ ਬਾਅਦ ਜਿਹੜਾ ਹੁਣ ਸ਼ਟਡਾਊਨ ਦਾ ਸੰਕਟ ਦੇਖਣ ਨੂੰ ਮਿਲ ਰਿਹਾ ਹੈ, ਇਸ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਜੋ H1B ਵੀਜ਼ਾ ਧਾਰਕ ਨੇ ਉਹਨਾਂ ਦਾ ਕੰਮ ਫਿਲਹਾਲ ਥੋੜੀ ਦੇਰ ਲਈ ਰੁਕ ਜਾਏਗਾ, ਜਦੋਂ ਤੱਕ ਕਾਂਗਰਸ ਵੱਲੋਂ ਇਸ ਨੂੰ ਪਾਸ ਨਹੀਂ ਕਰ ਦਿੱਤਾ ਜਾਂਦਾ। ਸੋ H1B ਵੀਜ਼ਾ ਫੀਸ ਨੂੰ ਵਧਾਉਣ ਤੋਂ ਬਾਅਦ ਇਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਵੀ ਰਹੀ ਹੈ। ਪੂਰੀ ਦੁਨੀਆ ਦੇ ਵਿੱਚ ਇਸ ਬਾਰੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਨੇ ਇੱਕ ਪਾਰ ਵਾਲੀ ਚੋਣ ਪ੍ਰਕਿਰਿਆ ਦੇ ਹੱਕ ਵਿੱਚ ਮੌਜੂਦਾ ਲੋਟਰੀ ਪ੍ਰਣਾਲੀ ਨੂੰ ਛੱਡਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ। ਗ੍ਰਹਿ ਸੁਰੱਖਿਆ ਵਿਭਾਗ ਨੇ ਤਨਖਾਹ ਪੱਧਰ ਦੇ ਆਧਾਰ ਤੇ ਚੋਣ ਦਾ ਪ੍ਰਸਤਾਵ ਵੀ ਰੱਖਿਆ, ਜਿਸ ਦੀ ਜ਼ਿਆਦਾ ਤਨਖਾਹ ਹੋਏਗੀ ਉਸ ਨੂੰ ਹੀ ਰੱਖਿਆ ਜਾਵੇਗਾ, ਉਸ ਦੀ ਚੋਣ ਕੀਤੀ ਜਾਵੇਗੀ। ਇੱਕ ਇਹ ਵੀ ਪ੍ਰਸਤਾਵ ਜਿਹੜਾ ਸਾਹਮਣੇ ਆਇਆ ਸੀ। ਅਸਲ ਵਿੱਚ 4 ਤਨਖਾਹ ਪੱਧਰਾਂ ਵਿੱਚੋਂ ਸਭ ਤੋਂ ਉੱਚੇ ਪੱਧਰ ਤੇ ਕਾਮੇ ਹੀ ਇਸ ਵਿੱਚ ਜਾ ਸਕਣਗੇ, ਉਹਨਾਂ ਦੀ ਹੀ ਚੋਣ ਹੋਏਗੀ। ਸੋ ਜ਼ਿਆਦਾਤਰ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਯਾਨੀ ਕਿ USCIS ਕੰਮ ਕਰਨਾ ਜਾਰੀ ਰੱਖਦੀਆਂ ਹਨ, ਕਿਉਂਕਿ ਇਹ ਫੀਸ ਫੰਡਿੰਗ ਹਨ। ਜਿਸ ਦਾ ਮਤਲਬ ਇਹ ਹੈ ਕਿ ਇੰਟਰਵਿਊ, ਨੈਚੁਰਲਾਈਜੇਸ਼ਨ ਸਮਾਰੋਹ, ਬਾਇਓਮੈਟ੍ਰਿਕਸ ਅਤੇ ਹੋਰ ਰੋਜ਼ਾਨਾ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਕਾਰਜਸ਼ੀਲ ਰਹਿੰਦੀਆਂ ਹਨ। ਇਸ ਉੱਤੇ ਕੋਈ ਅਸਰ ਨਹੀਂ ਪਏਗਾ। ਸੋ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ X ਤੇ ਇੱਕ ਪੋਸਟ ਵੀ ਕੀਤਾ ਇਸ ਬਾਰੇ। ਉਹਨਾਂ ਨੇ ਲਿਖਿਆ ਕਿ ਇਸ ਸਮੇਂ ਸੰਯੁਕਤ ਰਾਜ ਅਮਰੀਕਾ ਅਤੇ ਵਿਦੇਸ਼ਾਂ ਦੇ ਵਿੱਚ ਅਮਰੀਕੀ ਦੂਤਾਵਾਸਾਂ ਅਤੇ ਕੰਸੂਲੇਟਸ ਵਿੱਚ ਅਨੁਸੂਚਿਤ ਪਾਸਪੋਰਟ ਅਤੇ ਵੀਜ਼ਾ ਸੇਵਾਵਾਂ ਸਥਿਤੀ ਦੀ ਇਜਾਜ਼ਤ ਅਨੁਸਾਰ ਵੰਡ ਵਿੱਚ ਕਮੀ ਦੌਰਾਨ ਜਾਰੀ ਰਹਿਣਗੀਆਂ। ਇੱਕ ਰਿਪੋਰਟ ਦੇ ਅਨੁਸਾਰ ਪਿਛਲੇ ਬੰਦ ਦੌਰਾਨ ਵੀਜ਼ਾ ਅਤੇ ਪਾਸਪੋਰਟਾਂ ਲਈ ਪ੍ਰਕਿਰਿਆ ਦਾ ਸਮਾਂ ਢਿੱਲਾ ਹੋ ਗਿਆ ਸੀ। ਸਾਰੇ ਦੇਸ਼ਾਂ ਦੇ ਵਿੱਚ ਦੂਤਾਵਾਸਾਂ ਨੇ ਇਹ ਐਲਾਨ ਕੀਤਾ ਕਿ ਜ਼ਰੂਰੀ ਸੁਰੱਖਿਆ ਜਾਂ ਸੁਰੱਖਿਆ ਚੇਤਾਵਨੀਆਂ ਨੂੰ ਛੱਡ ਕੇ ਜਨਤਕ ਸੰਚਾਰ, ਸੋਸ਼ਲ ਮੀਡੀਆ ਅਪਡੇਟਸ ਅਤੇ ਨੋਟਿਸ ਮੁਅੱਤਲ ਕਰ ਦਿੱਤੇ ਜਾਣਗੇ, ਕਿਉਂਕਿ ਸੰਘੀ ਏਜੰਸੀਆਂ ਐਮਰਜੈਂਸੀ ਤੋਂ ਇਲਾਵਾ ਪੈਸਾ ਖਰਚ ਨਹੀਂ ਕਰ ਸਕਦੀਆਂ ਜਦੋਂ ਸਰਕਾਰੀ ਬੰਦ ਹੁੰਦਾ ਹੈ। ਇਸ ਲਈ ਗੈਰ ਜ਼ਰੂਰੀ ਕਾਰਜਾਂ ਨੂੰ ਉਦੋਂ ਤੱਕ ਰੋਕ ਦਿੱਤਾ ਗਿਆ ਹੈ ਜਦੋਂ ਤੱਕ ਕਾਂਗਰਸ ਫੰਡਿੰਗ ਬਹਾਲ ਨਹੀਂ ਕਰ ਸਕਦੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਸਾਰੇ ਇੰਪੋਰਟੈਂਟ ਕੰਮ ਤਾਂ ਜਾਰੀ ਰਹਿਣਗੇ ਜੋ ਕਾਨੂੰਨ ਦੇ ਆਧਾਰ ਤੇ ਹੈ ਜਾਂ ਫਿਰ ਸਰਕਾਰ ਦੇ ਅੰਡਰ ਹੈ ਜਾਂ ਫਿਰ ਲੋਕਾਂ ਦੇ ਲਈ ਬਹੁਤ ਜ਼ਰੂਰੀ ਕੰਮ ਹੈ, ਸਰਕਾਰੀ ਕੰਮ, ਉਹ ਤਾਂ ਜਾਰੀ ਰਹਿਣਗੇ। ਪਰ ਜੋ ਜ਼ਿਆਦਾ ਜ਼ਰੂਰੀ ਕੰਮ ਨਹੀਂ ਹਨ ਉਹਨਾਂ ਨੂੰ ਬੰਦ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸਵਾਂ ਕਿ 에ਅਰਲਾਈਨ ਕੰਪਨੀਆਂ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਸ਼ਟਡਾਊਨ ਦੇ ਵਿੱਚ ਕਿ ਬੰਦ ਦਾ ਫਲਾਈਟਸ ਤੇ ਵੀ ਅਸਰ ਪੈ ਸਕਦਾ ਹੈ। ਇਸ ਕਿਰਤ ਵਿਭਾਗ ਆਪਣੀ ਮਾਸਿਕ ਬੇਰੁਜ਼ਗਾਰੀ ਰਿਪੋਰਟ ਜਾਰੀ ਨਹੀਂ ਕਰੇਗਾ, ਜੋ ਕਿ ਅਮਰੀਕੀ ਅਰਥ ਵਿਵਸਥਾ ਦੀ ਸਿਹਤ ਦਾ ਇੱਕ ਮੁੱਖ ਮਾਪ ਹੈ। ਸੋ ਪਿਛਲੇ ਹਫਤੇ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ 87% ਘਟ ਕੇ 1300 ਹੋ ਗਈਆਂ। ਇੱਕ ਰਿਪੋਰਟ ਦੇ ਅਨੁਸਾਰ ਹਜ਼ਾਰਾਂ ਸੰਘੀ ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਜਾਵੇਗਾ ਔਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਾਂਗਰਸ ਫੰਡਿੰਗ ਬਿੱਲ ਪਾਸ ਨਹੀਂ ਕਰਦੀ ਹੈ ਤਾਂ ਹੋਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਇਸ ਕਰਕੇ ਇਸ ਨੂੰ ਪਾਸ ਨਹੀਂ ਕੀਤਾ ਗਿਆ। ਇਸ ਕਰਕੇ ਨੌਕਰੀਆਂ ਜਿਹੜੀਆਂ ਨੇ ਉਹ ਜਾ ਸਕਦੀਆਂ ਨੇ ਬਹੁਤ ਸਾਰੇ ਕਰਮਚਾਰੀਆਂ ਦੀਆਂ। ਸੋ ਅਗਲਾ ਸਵਾਲ ਇਹ ਵੀ ਪੈਦਾ ਹੁੰਦਾ ਕਿ ਇਸ ਨਾਲ ਹੋਰ ਕਿਹੜੇ-ਕਿਹੜੇ ਅਦਾਰੇ ਜਿਹੜੇ ਪ੍ਰਭਾਵਿਤ ਹੋਣਗੇ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਏਗਾ ਜੋ ਖਾਸ ਤੌਰ ਤੇ ਅਮਰੀਕਾ ਵਿੱਚ ਰਹਿੰਦੇ ਨੇ ਕਿ ਇਮੀਗ੍ਰੇਸ਼ਨ ਤਾਂ ਇੱਕ ਵੱਖਰਾ ਮੁੱਦਾ ਹੈ, ਪਰ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਅਦਾਰੇ ਜਿਹੜੇ ਇਸ ਨਾਲ ਪ੍ਰਭਾਵਿਤ ਹੋਣਗੇ। ਤੇ ਤੁਹਾਨੂੰ ਦੱਸਵਾਂ ਇਸ ਵਿੱਚ ਸਿੱਖਿਆ, ਵਾਤਾਵਰਣ ਤੇ ਹੋਰ ਸੇਵਾਵਾਂ ਠੱਪ ਹੋ ਸਕਦੀਆਂ। ਸਰਕਾਰ ਦੇ ਵੱਲੋਂ ਸ਼ੁੱਕਰਵਾਰ ਨੂੰ ਆਪਣੀ ਮਾਸਿਕ ਰੋਜ਼ਗਾਰ ਰਿਪੋਰਟ ਜਾਰੀ ਕਰਨ ਦੀ ਉਮੀਦ ਹੈ, ਜੋ ਹੋ ਵੀ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ। ਮੌਜੂਦਾ ਸਥਿਤੀ ਵਿੱਚ ਲੱਖਾਂ ਕਰਮਚਾਰੀਆਂ ਨੂੰ ਛੁੱਟੀ ਤੇ ਭੇਜੇ ਜਾਣ ਦੀ ਸੰਭਾਵਨਾ ਹੈ। ਕੁਝ ਨੂੰ ਤਾਂ ਬਰਖਾਸਤਗੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਬਹੁਤ ਸਾਰੇ ਦਫ਼ਤਰ ਸਥਾਈ ਤੌਰ ਤੇ ਬੰਦ ਹੋਣ ਦੀ ਵੀ ਸੰਭਾਵਨਾ ਹੈ। ਸੋ ਸਿੱਖਿਆ, ਵਾਤਾਵਰਣ ਅਤੇ ਹੋਰ ਸੇਵਾਵਾਂ ਠੱਪ ਹੋ ਜਾਣਗੀਆਂ। ਹਾਲਾਂਕਿ ਇਸ ਬੰਦ ਨਾਲ ਸਾਰੇ ਸਰਕਾਰੀ ਕੰਮਕਾਜ ਨਹੀਂ ਰੁਕਣਗੇ। ਸਰਹੱਦੀ ਸੁਰੱਖਿਆ, ਹਸਪਤਾਲ ਦੀ ਡਾਕਟਰੀ ਦੇਖਭਾਲ, ਕਾਨੂੰਨ ਲਾਗੂ ਕਰਨ ਵਾਲੇ ਅਤੇ ਹਵਾਈ ਆਵਾਜਾਈ ਨਿਯੰਤਰਣ ਵਰਗੀਆਂ ਜ਼ਰੂਰੀ ਸੇਵਾਵਾਂ
चालू रहनगियां। सो इस सैक्टर्स नाल जुड़े लोगों को घबराने की कोई जरूरत नहीं है। अगर एमरजेंसी स्थितियां सारियां एमरजेंसी जो काम होंगे सारे लागू होंगे। कोई भी एमरजेंसी स्थिति पैदा होती है तो उस लिए किसी को भी कोई भी दिक्कत नहीं आएगी, चाहे वो डॉक्टरी काम होवे, चाहे हवाई जहाज का कोई दूसरे देश जाने का काम क्यों ना होवे। सो कानून के अनुसार जेकर फंडिंग कट दी जाती है तो सिर्फ स्वीकार किए कर्मचारी ही काम करना जारी रखणगे। इस विच जान अते जायदाद की सुरक्षा नाल संबंधित नौकरियां भी शामिल हैं। सो पहला है कि अस्पतालों में डॉक्टरी देखभाल जारी रहेगी, सरहदी सुरक्षा भी जारी रहेगी, कानून लागू करने वालियां संस्थाएं या फिर काम जिहड़े वो भी लागू रहणगे, हवाई आवाजाही नियंत्रण रहेगी, सोशल सिक्योरिटी ते मेडिकल चेक भी जारी रहेगा, इन्हां ते कोई असर नहीं पएगा। सो ये भी कहा जा रहा है व्हाइट हाउस के साबका बजट अधिकारी अते वाशिंगटन स्थित थिंक टैंक बाई पार्टीसन पॉलिसी सेंटर विखे आर्थिक नीति के प्रबंध निर्देशक राचेल ने कहा है कि बंद ना सिर्फ देश के आर्थिक बोझ बढ़ाता है बल्कि डर अते उलझन भी पैदा करता है। आर्थिक नतीजे के पूरे देश में प्रभाव पैने की उम्मीद है। आर्थिक झटका कुछ दिनों में महसूस भी किया जा सकता है ਅਤੇ ਇਸ ਦੇ ਨਾਲ ਜਿਹੜਾ ਵੱਡਾ ਬੋਝ ਪੈ ਸਕਦਾ ਹੈ ਅਮਰੀਕੀਆਂ ਦੇ ਉੱਤੇ ਵੀ। ਸੋ ਇੱਥੇ ਤੁਹਾਨੂੰ ਇਹ ਵੀ ਮੈਂ ਦੱਸ ਦਿੰਦੀ ਹਾਂ ਕਿ ਆਖਿਰ ਸ਼ਟਡਾਊਨ ਹੈ ਕੀ ਹੈ ਤੇ ਕਿਉਂ ਲਗਾਇਆ ਜਾਂਦਾ ਹੈ ਤੇ ਕੀ ਹੁੰਦਾ ਹੈ। ਸ਼ਟਡਾਊਨ ਦੀ ਸਥਿਤੀ ਇਸ ਸਮੇਂ ਅਮਰੀਕਾ ਵਿੱਚ ਬਣੀ ਹੋਈ ਹੈ ਤੇ ਗੱਲ ਕਰਦੇ ਹਾਂ ਸ਼ਟਡਾਊਨ ਦੀ। ਤੁਹਾਨੂੰ ਦੱਸਦਾ ਕਿ ਸਰਕਾਰੀ ਬੰਦ ਉਦੋਂ ਹੁੰਦਾ ਹੈ ਜਦੋਂ ਕਾਂਗਰਸ ਸੰਘੀ ਏਜੰਸੀਆਂ ਨੂੰ ਚਲਾਉਣ ਲਈ ਸਾਲਾਨਾ ਖਰਚ ਬਿੱਲਾਂ ਤੇ ਸਹਿਮਤ ਨਹੀਂ ਹੋ ਸਕਦੀ। ਇਹ ਬਿੱਲ ਜਦ ਤੱਕ ਸਹਿਮਤੀ ਨਹੀਂ ਫੜਦੇ ਯਾਨੀ ਕਿ ਜਦੋਂ ਤੱਕ ਇਹ ਬਿੱਲ ਪਾਸ ਨਹੀਂ ਕੀਤੇ ਜਾਂਦੇ उदों तक जिहड़ा है शटडाउन जारी रहता है क्योंकि इस बिल का पास होना बहुत जरूरी है। इस नाल ही खर्चे चलते हैं। एंटी डेफिशिएंसी एक्ट एजेंसियां नूं अधिकार तो बिना पैसा खर्च करन तो रोकता है। नतीजे वजों सरकार का बहुत सारा हिस्सा बंद हो जाता है। इस शटडाउन दे विच अमरीकी सरकार के वख-वख विभागां नूं काम करन लई वड्डी रकम की लोड़ हुंदी है। इसलिए संसद यानी कांग्रेस द्वारा बजट या फंडिंग बिल पास करना बहुत जरूरी है। हालांकि जदों राजनीतिक मतभेदां या रुकावटां कारण निर्धारित समा सीमा के अंदर फंडिंग बिल पास नहीं हुंदा तो सरकार कोल खर्च करने लई कानूनी तौर ते अधिकारत फंडां तो बिना रह जांदा है। सो अजिही स्थिति विच अमरीकी सरकार नूं गैर जरूरी सेवावां नूं मुअत्तल करन लई मजबूर होना पैंदा है। एक प्रक्रिया जिसनूं सरकारी बंद भी कहा जाता है। सो इसनूं सरकारी बंद कहा गया है। यह आम तौर पर अस्थाई हुंदा है पर इस बार ट्रंप कई विभागां नूं स्थाई तौर ते बंद करन अते हज़ारां कर्मचारियों की छांटी करन दी तैयारी कर रहे हैं। इसी दे नाल तुहानूं मैं ये भी दस दवां कि 1981 तो लैके हुण तक कितनी बार शटडाउन लग चुके हैं। सो अमेरिका ने 1981 तो लैके हुण तक 16 बार शटडाउन का अनुभव किया। पहला शटडाउन जिहड़ा सी नवंबर 1981 विच 2 दिनां लई होया सी। सितंबर 1982 दे विच भी 1 दिन, दिसंबर 1982 विच 3 दिन, नवंबर 1983 विच 3 दिन अते सितंबर 1984 विच 2 दिन, अक्तूबर 1984 विच 1 दिन, अक्तूबर 1986 विच 1 दिन। इस दे नाल दिसंबर 1987 दे विच भी लगा सी, उदों भी 1 दिन दा शटडाउन होया सी। जे 1990 दी गल करां ते 1990 दे विच अक्तूबर च 3 दिन वास्ते शटडाउन किया गया। दैन नवंबर च 1995 दे विच 5 दिन दा शटडाउन होया। यानी कि लगातार हर साल शटडाउन चलता रहा। जिवें 1995 दे विच दिसंबर विच 21 दिन दा, सितंबर 2013 विच 16 दिन, ये दिन वध गए ने। जनवरी 2018 दे विच 3 दिन ते फरवरी 2018 दे विच 1 दिन अते दिसंबर 2018 विच 35 दिन दा शटडाउन होया सीगा। सो इस गल तो अंदाजा तुसीं लगा सकते हो। इस तो बाद 2018 की जिवें मैं गल कीती है 35 दिन का शटडाउन, यह सब तो ज़्यादा देर का शटडाउन सीगा जो 2018 तक नूं शुरू होया सी ते 2019 दे विच खत्म होया सीगा। सब तो लंबा शटडाउन ये चलिया सीगा। सो अगे तुहानूं दस दिंदे कि आखिर सुरक्षा एजेंसियां दा की बनेगा इस विच, क्योंकि यह भी एक वड्डा सवाल है। सुरक्षा एजेंसियां तुहानूं जिवें पहला कहा कि इंपोर्टेंट चीज़ां जिहड़ियां उन्हां ते असर नहीं पेगा। FBI हो गया, ड्रग इन्फोर्समेंट एजेंसी होगी, कोस्ट गार्ड हो गया अते होर कानून लागू करने वालियां एजेंसियां दे अधिकारी ड्यूटी ते रहणगे। इन्हां नूं ड्यूटी दा काम, इन्हां दी ड्यूटियां जारी रहणगियां, इसी तरीके नाल ड्यूटी करनगे। शटडाउन दा इन्हां ते कोई प्रभाव नहीं पेगा। न्याय विभाग के कर्मचारी जो इमीग्रेशन अदालत प्रणाली की निगरानी करते हैं वो भी काम करते रहेंगे। सो बॉर्डर पेट्रोल और इमीग्रेशन इन्फोर्समेंट एजेंट भी अपनियां चौंकियां ते रहणगे क्योंकि ये काम जिहड़े ने अमेरिका की सुरक्षा नूं लैके है। सो अमेरिका की सुरक्षा के उत्ते कोई भी असर नहीं पेगा।
ਬੰਦ ਦੌਰਾਨ ਮੁੱਖ ਅਮਰੀਕੀ ਆਰਥਿਕ ਡੇਟਾ ਨੂੰ ਵੀ ਮੁਅੱਤਲ ਕਰ ਦਿੱਤਾ ਜਾਵੇਗਾ। ਸੋ ਇਸ ਵਿੱਚ ਰੋਜ਼ਗਾਰ ਅਤੇ ਜੀਡੀਪੀ ਰਿਪੋਰਟਾਂ ਸ਼ਾਮਲ ਹਨ, ਜੋ ਨੀਤੀ ਨਿਰਮਾਤਾਵਾਂ ਅਤੇ ਨਿਵੇਸ਼ਕਾਂ ਲਈ ਮਹੱਤਵਪੂਰਨ ਹਨ। ਇਸ ਤੋਂ ਇਲਾਵਾ ਛੋਟੀਆਂ ਕੰਪਨੀਆਂ ਲਈ ਉਪਕਰਨਾਂ ਅਤੇ ਇਮਾਰਤਾਂ ਦੇ ਅਪਗ੍ਰੇਡ ਲਈ ਨਵੇਂ ਕਰਜ਼ੇ ਮਨਜ਼ੂਰ ਨਹੀਂ ਕੀਤੇ ਜਾਣਗੇ। ਹਾਲਾਂਕਿ ਕੁਦਰਤੀ ਆਫਤ ਰਾਹਤ ਲਈ ਕਰਜ਼ੇ ਜਾਰੀ ਰਹਿਣਗੇ। ਅਮਰੀਕਾ ਵਿੱਚ ਇਸ ਬੰਦ ਦਾ ਦੇਸ਼ ਦੀ ਸਰਕਾਰੀ ਮਸ਼ੀਨਰੀ, ਕਰਮਚਾਰੀਆਂ ਅਤੇ ਆਰਥਿਕ ਗਤੀਵਿਧੀਆਂ ਤੇ ਇੱਕ ਮਹੱਤਵਪੂਰਨ ਪ੍ਰਭਾਵ ਪੈ ਰਿਹਾ ਹੈ। ਸੋ ਇਸ ਸ਼ਟਡਾਊਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਹੈ। ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ ਕਿ ਆਖਰ ਕੀ ਕੁਝ ਹੋਣ ਵਾਲਾ ਹੈ। ਸੋ ਤੁਹਾਨੂੰ ਦੱਸਦਾ ਕਿ ਖਾਸ ਤੌਰ ਤੇ ਜੋ ਜ਼ਰੂਰੀ ਚੀਜ਼ਾਂ ਉਹਨਾਂ ਤੇ ਕੋਈ ਅਸਰ ਨਹੀਂ ਪਏਗਾ। ਫਿਲਹਾਲ ਇਸ ਉੱਤੇ ਹਲੇ ਸਹਿਮਤੀ ਨਹੀਂ ਬਣ ਪਾਈ, ਹਲੇ ਫੰਡ ਨੂੰ ਜਾਰੀ ਨਹੀਂ ਕੀਤਾ ਗਿਆ ਹੈ, ਇਹ ਬਿੱਲ ਪਾਸ ਨਹੀਂ ਕੀਤਾ ਗਿਆ, ਹਲੇ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਵੇਂ ਮੈਂ ਪਹਿਲਾਂ ਕਿਹਾ ਕਿ 70 ਵਿੱਚੋਂ ਸਿਰਫ 55 ਵੋਟਾਂ ਜਿਹੜੀਆਂ ਨੇ ਉਹ ਹਾਸਲ ਕਰ ਸਕੀ ਹੈ ਰਿਪਬਲਿਕਨ ਪਾਰਟੀ। ਅਗਰ ਇਹਨਾਂ ਨੂੰ 70 ਵੋਟਾਂ ਮਿਲ ਜਾਂਦੀਆਂ ਤੇ ਬਿੱਲ ਪਾਸ ਹੋ ਜਾਂਦਾ ਤੇ ਇਹ ਸੰਕਟ ਨਹੀਂ ਆਉਂਦਾ। ਪਰ ਕੁਝ ਲੋਕ ਇਹ ਸਮਝ ਰਹੇ ਨੇ ਕਿ ਸ਼ਾਇਦ ਇਸ ਦਾ ਖਜ਼ਾਨਾ ਖਾਲੀ ਹੋ ਚੁੱਕਿਆ ਹੈ, ਪਰ ਐਸਾ ਵੀ ਬਿਲਕੁਲ ਨਹੀਂ ਹੈ। ਇਹ ਸਿਰਫ ਇੰਪੋਰਟੈਂਟ ਕੰਮ ਹੈ, ਉਹ ਹਮੇਸ਼ਾ ਲਈ ਜਾਰੀ ਰਹਿਣਗੇ। ਜੋ ਗੈਰ ਜ਼ਰੂਰੀ ਕੰਮ ਨਹੀਂ ਹੈ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ। ਪਰ ਗੱਲ ਤਾਂ ਇੱਥੇ ਇਹ ਆ ਜਾਂਦੀ ਹੈ ਕਿ ਜਿਹੜੇ ਲੋਕ ਇਸ ਸਮੇਂ ਅਮਰੀਕਾ ਦੀ ਸਰਕਾਰੀ ਏਜੰਸੀਆਂ 'ਚ ਕੰਮ ਕਰਦੇ ਨੇ ਜਾਂ ਫਿਰ ਜਿਹੜੇ ਗੈਰ ਜ਼ਰੂਰੀ ਚੀਜ਼ਾਂ ਵਿੱਚ ਕੰਮ ਕਰਦੇ ਨੇ, ਉਹਨਾਂ ਦੀਆਂ ਤਨਖਾਹਾਂ ਜ਼ਰੂਰ ਰੁਕ ਜਾਣਗੀਆਂ। ਇੱਕ ਵੱਡਾ ਨੁਕਸਾਨ ਉਹਨਾਂ ਨੂੰ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈਆਂ ਨੂੰ ਜੋ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ, ਉਹਨਾਂ ਦੀ ਵੀ ਰੋਜ਼ੀ ਰੋਟੀ ਚਲੀ ਜਾਏਗੀ। ਸੋ ਇੱਕ ਬੰਦ ਦਾ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਪਿਆ ਹੈ। ਇਹ ਸੰਕਟ ਜਿਹੜਾ ਹੈ ਇਸ ਸਮੇਂ ਅਮਰੀਕਾ ਵਿੱਚ ਪੈਦਾ ਹੋ ਚੁੱਕਿਆ। ਇਹ ਕਿੰਨੀ ਦੇਰ ਦਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਅਮਰੀਕਾ ਦੇ ਵਿੱਚ ਹਲੇ ਤੱਕ ਇਸ ਨੂੰ ਲੈ ਕੇ ਕੋਈ ਵੀ ਚਰਚਾ ਨਹੀਂ ਹੋ ਪਾ ਰਹੀ ਹੈ। ਸੋ ਇਸੇ ਦੇ ਨਾਲ ਇੱਕ ਥੋੜੀ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ ਕਿ ਅਮਰੀਕਾ ਦੇ ਵਿੱਚ ਲਗਾਤਾਰ ਟਰੰਪ ਜਿਹੜੇ ਨੇ ਸਖਤੀ ਕਰਦੇ ਜਾ ਰਹੇ ਨੇ। ਇੱਕ ਵੱਖਰਾ ਮੁੱਦਾ ਹੈ ਜਿਸ ਵਿੱਚ ਟਰੰਪ ਜਿਹੜੇ ਨੇ ਖਾਸ ਤੌਰ ਤੇ ਜੋ ਡਰਾਈਵਰਸ ਨੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਸਖਤ ਹੋ ਚੁੱਕੇ ਨੇ। ਸੋ ਭਾਰਤੀਆਂ ਨੂੰ ਲੈ ਕੇ ਦਿਨੋਂ ਦਿਨ ਸਖਤੀ ਵਰਤੀ ਜਾ ਰਹੀ ਹੈ। ਭਾਰਤੀ ਇਸ ਕਰਕੇ ਕਿਉਂਕਿ ਅਮਰੀਕਾ ਵਿੱਚ ਭਾਰਤੀ ਦੀ ਗਿਣਤੀ ਬਹੁਤ ਹੈ ਔਰ ਡਰਾਈਵਿੰਗ ਖਾਸ ਤੌਰ ਤੇ ਟਰੱਕ ਡਰਾਈਵਰਾਂ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ ਹੈ। ਹੁਣ ਪੰਜਾਬੀਆਂ ਲਈ ਚੁਕਾਉਣ ਵਾਲੀ ਇੱਕ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ। ਸੋ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪ੍ਰਵਾਸੀਆਂ ਲਈ ਟਰੱਕ ਡਰਾਈਵਿੰਗ ਲਾਇਸੈਂਸ ਦੇ ਨਿਯਮ ਸਖਤ ਕਰ ਦਿੱਤੇ ਨੇ। ਹੁਣ ਸਿਰਫ ਗ੍ਰੀਨ ਕਾਰਡ ਧਾਰਕ ਜਾਂ ਅਮਰੀਕੀ ਨਾਗਰਿਕ ਹੀ ਹੈਵੀ ਡਿਊਟੀ ਵਾਲੇ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਣਗੇ। ਉਸ ਤੋਂ ਇਲਾਵਾ ਕੋਈ ਵੀ ਇਸ ਨੂੰ ਨਹੀਂ ਚਲਾ ਪਾਵੇਗਾ। ਇਸ ਨਵੇਂ ਨਿਯਮ ਦੇ ਕਾਰਨ ਪੰਜਾਬੀ ਭਾਈਚਾਰੇ ਵਿੱਚ ਇੱਕ ਚਿੰਤਾ ਅਤੇ ਟੈਨਸ਼ਨ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਉਹ ਲੋਕ ਜੋ ਅਮਰੀਕਾ ਵਿੱਚ ਲੰਬੀ ਮਿਆਦ ਲਈ ਟਰੱਕਿੰਗ ਜਾਂ ਹੈਵੀ ਡਿਊਟੀ ਦੇ ਕੰਮ ਵਿੱਚ ਲੱਗੇ ਹੋਏ ਹਨ। ਇਸ ਨਿਯਮ ਦੇ ਨਾਲ ਨੌਕਰੀਆਂ ਤੇ ਰਿਹਾਇਸ਼ ਸੰਬੰਧੀ ਮਾਮਲੇ ਵੀ ਪ੍ਰਭਾਵਿਤ ਹੋ ਸਕਦੇ ਨੇ ਅਤੇ ਲੋਕਾਂ ਨੂੰ ਆਪਣੀਆਂ ਯੋਜਨਾਵਾਂ ਵਿੱਚ ਵੱਡੇ ਬਦਲਾਅ ਕਰਨੇ ਪੈ ਸਕਦੇ ਨੇ। ਕਿਉਂਕਿ ਵਾਜਬ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਸਮੇਂ ਡਰਾਈਵਿੰਗ ਦਾ ਕੰਮ ਕਰਦੇ ਨੇ, ਉਹਨਾਂ ਨੂੰ ਆਪਣੇ ਕੰਮ ਨੂੰ ਛੱਡਣਾ ਪਏਗਾ ਤੇ ਦੂਸਰਾ ਵਿਕਲਪ ਲੱਭਣਾ ਪਏਗਾ, ਕਿਉਂਕਿ ਵਿਦਆਊਟ ਲਾਇਸੈਂਸ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੋ ਸਕੇਗੀ। ਫਿਲਹਾਲ ਤਾਂ ਲਾਇਸੈਂਸ ਤੋਂ ਬਿਨਾਂ ਕੋਈ ਵੀ ਨਹੀਂ ਕੰਮ ਕਰ ਸਕਦਾ। ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੋਈ ਹੈ। ਇਸ ਵੇਲੇ ਅਮਰੀਕਾ ਨੇ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਕਰ ਦਿੱਤੀ ਹੈ ਅਤੇ 130 ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ 28 ਜਿਹੜੇ ਡਰਾਈਵਰ ਨੇ ਉਹ ਪੰਜਾਬੀ ਹਨ। ਟਰੰਪ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਜਿਸ ਅਨੁਸਾਰ ਗ੍ਰੀਨ ਕਾਰਡ ਜਾਂ ਅਮਰੀਕੀ ਨਾਗਰਿਕਤਾ ਤੋਂ ਬਿਨਾਂ ਵਪਾਰਕ ਡਰਾਈਵਿੰਗ ਲਾਇਸੈਂਸ ਨਹੀਂ ਮਿਲੇਗਾ। ਇਸ ਕਾਰਵਾਈ ਦੇ ਵਿੱਚ ਪਹਿਲਾਂ ਓਕਲਾਹੋਮਾ ਰਾਜ ਦੇ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਧਿਆਨ ਵਿੱਚ ਰੱਖੋ ਕਿ ਅਮਰੀਕਾ ਵਿੱਚ ਲਗਭਗ 2 ਲੱਖ ਟਰੱਕ ਡਰਾਈਵਰ ਕੱਚੇ ਹਨ ਅਤੇ ਹੁਣ 2 ਲੱਖ ਜਿਹੜੇ ਕੱਚੇ ਡਰਾਈਵਰ ਨੇ ਉਹਨਾਂ ਨੂੰ ਟਰੱਕ ਚਲਾਉਣ ਦੀ ਇਜਾਜ਼ਤ ਨਹੀਂ ਮਿਲੇਗੀ। ਇਸ ਦੇ ਨਾਲ 2 ਲੱਖ ਕੱਚੇ ਡਰਾਈਵਰ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਅਤੇ ਉਹਨਾਂ ਵਿੱਚ ਹਜ਼ਾਰਾਂ ਜਿਹੜੇ ਨੇ ਪੰਜਾਬੀ ਨੌਜਵਾਨ ਵੀ ਸ਼ਾਮਲ ਨੇ। ਹਰਜਿੰਦਰ ਸਿੰਘ ਤੋਂ ਇਹ ਮਾਮਲਾ ਸ਼ੁਰੂ ਹੋਇਆ ਸੀ ਕਿਉਂਕਿ ਹਰਜਿੰਦਰ ਸਿੰਘ ਦੇ ਟਰੱਕ ਤੋਂ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਗੱਡੀ ਦਾ, ਜਿਸ ਵਿੱਚ 3 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਹ ਮੁੱਦਾ ਕਾਫੀ ਜ਼ਿਆਦਾ ਭਖ ਗਿਆ ਔਰ ਅੱਜ ਇਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਇਸ ਦਾ ਅਸਰ ਬਾਕੀ ਡਰਾਈਵਰਾਂ ਤੇ ਦੇਖਣ ਨੂੰ ਮਿਲਦਾ ਪਿਆ। ਉਹਨਾਂ ਸਭ ਦੇ ਜਿਹੜੇ ਕੰਮਕਾਜ ਉਹ ਠੱਪ ਹੋ ਚੁੱਕੇ ਨੇ। ਬਹੁਤ ਸਾਰੇ ਡਰਾਈਵਰ ਇਸ ਸਮੇਂ ਕੋਈ ਕੰਮ ਨਹੀਂ ਕਰ ਰਹੇ, ਸਿਰਫ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਇਸ ਉੱਤੇ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਡੇ ਪੈਮਾਨੇ ਤੇ ਸ਼ਰਨ ਦੇ ਮਾਮਲੇ ਰੱਦ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਲੱਖਾਂ ਪ੍ਰਵਾਸੀਆਂ ਲਈ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਸੋ ਇੱਕ ਖਤਰਾ ਜਾਂ ਡਰ ਜਿਹੜਾ ਕਹਾਂ ਮੈਂ ਮੰਡਰਾ ਰਿਹਾ ਹੈ, ਵੱਡਾ ਖਤਰਾ ਮੰਡਰਾ ਰਿਹਾ ਟਰੱਕ ਡਰਾਈਵਰਾਂ ਤੇ। ਸਰਕਾਰ ਵੱਡੇ ਪੈਮਾਨੇ ਦੇ ਉੱਤੇ ਸ਼ਰਨ ਦੇ ਮਾਮਲਿਆਂ ਨੂੰ ਰੱਦ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਕਰਕੇ ਪ੍ਰਵਾਸੀਆਂ ਨੂੰ ਹੁਣ ਹੋਰ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ।
ਜਿਵੇਂ ਕਿ ਨੌਕਰੀਆਂ ਦੀ ਖੋਹ, ਪਰਿਵਾਰਾਂ ਦਾ ਵਿਛੋੜਾ ਅਤੇ ਕਾਨੂੰਨੀ ਲੜਾਈਆਂ ਵਿੱਚ ਫਸਣਾ, ਜੋ ਪੰਜਾਬ ਵਰਗੇ ਰਾਜਾਂ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ 'ਚ ਪਾ ਸਕਦਾ ਹੈ। ਅਤੇ ਇਹ ਸਭ ਕੁਝ ਅਮਰੀਕੀ ਨੀਤੀਆਂ ਵਿੱਚ ਬਦਲਾਅ ਨਾਲ ਜੁੜਿਆ ਹੋਇਆ ਹੈ, ਜੋ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਸੋ ਇੱਕ ਪਾਸੇ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਸਖਤ ਕਰਨਾ, ਦੂਜੇ ਪਾਸੇ ਅਮਰੀਕਾ ਵਿੱਚ ਸ਼ਟਡਾਊਨ ਹੋਣਾ, ਇਹ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਅਮਰੀਕਾ ਵਿੱਚ ਇਸ ਸਮੇਂ ਕਿਸ ਤਰੀਕੇ ਨਾਲ ਬਣੇ ਹੋਏ ਨੇ। ਆਉਣ ਵਾਲੇ ਸਮੇਂ ਵਿੱਚ ਕੀ ਕੁਝ ਬਦਲਾਅ ਹੁੰਦਾ ਹੈ ਤੇ ਹੋਰ ਕੀ ਅਪਡੇਟਸ ਹੋਣਗੇ, ਇਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਪਰ ਤੁਸੀਂ ਇਸ ਸਮੇਂ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਅਤੇ ਇਸ ਨਾਲ ਜੁੜੇ ਰਹੋ ਲੇਟੈਸਟ ਅਪਡੇਟ ਲਈ। ਫਿਲਹਾਲ ਦੇ ਲਈ ਮੈਨੂੰ ਦਿਓ ਜੀ ਆਗਿਆ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।